ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਸਫਲ ਵਿਆਹ ਆਪ ਮੁਹਾਰੇ ਇੱਕ ਦੂਜੇ ਦੇ ਜੀਵਨ ਨੂੰ ਸੁਖਾਲਾ, ਭਰਪੂਰ ਅਤੇ ਖੁਸ਼ਹਾਲ ਬਣਾ ਦਿੰਦਾ ਹੈ। ਜਦੋਂ ਵਿਸ਼ਵਾਸ ਨਾਲੋਂ ਸੰਦੇਹ ਮਜ਼ਬੂਤ ਹੁੰਦਾ ਹੈ, ਮਾਯੂਸੀ ਉਪਜਦੀ ਹੈ। ਜਦੋਂ ਸੰਦੇਹ ਦੇ ਬਾਵਜੂਦ ਵਿਸ਼ਵਾਸ ਹੋਵੇ, ਖੁਸ਼ੀ ਹੁੰਦੀ ਹੈ। ਖਾਲੀ ਜੇਬ ਸੈਂਕੜੇ ਗੱਲਾਂ ਸਿਖਾਏਗੀ, ਭਰੀ ਜੇਬ ਹਜ਼ਾਰਾਂ ਢੰਗਾਂ ਨਾਲ ਭਰਮਾਏਗੀ। ਇਹ ਕਹਿਣਾ ਸਹੀ ਨਹੀਂ ਕਿ ਕੁਝ ਲੋਕ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਕੁਝ ਨਹੀਂ। ਅਸਲ ਵਿੱਚ ਕੁਝ ਬਦਲਣ ਲਈ ਤਿਆਰ ਹੁੰਦੇ ਹਨ ਅਤੇ ਕੁਝ ਬਦਲਾਅ ਦਾ ਵਿਰੋਧ ਕਰਨ ਲਈ ਤਿਆਰ ਰਹਿੰਦੇ ਹਨ। ਘਟਨਾ ਤੋਂ ਮਗਰੋਂ ਸੋਚਣਾ ਚੰਗੀ ਗੱਲ ਹੁੰਦੀ ਹੈ, ਪਰ ਘਟਨਾ ਤੋਂ ਪਹਿਲਾਂ ਸੋਚਣਾ ਸਦਾ ਹੀ ਲਾਭਕਾਰੀ ਹੁੰਦਾ ਹੈ। ਹੇ ਪ੍ਰਮਾਤਮਾ, ਤੇਰੇ ਅਤੇ ਮੇਰੇ ਪਿਆਰ ਵਿੱਚ ਕੀ ਅੰਤਰ ਹੈ? ਸੁਣ, ਅੰਬਰ ਵਿੱਚ ਪੰਛੀ ਮੇਰਾ ਪਿਆਰ ਹੈ, ਪਿੰਜਰੇ ਵਿੱਚ ਪੰਛੀ ਤੇਰਾ ਪਿਆਰ ਹੈ। ਪੁਸਤਕਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਛਪੀਆਂ ਅਤੇ ਅਣਛਪੀਆਂ। ਛਪੀਆਂ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨ। ਪੰਛੀਆਂ ਦੀਆਂ ਆਵਾਜ਼ਾਂ, ਝਰਨੇ ਦਾ ਸੰਗੀਤ, ਫੁੱਲਾਂ ਦਾ ਸੁਨੇਹਾ, ਪ੍ਰੇਮਿਕਾ ਦੀ ਮੁਸਕਰਾਹਟ, ਮਾਂ ਦੀ ਲੋਰੀ ਸਭ ਅਣਛਪੀਆਂ ਪੁਸਤਕਾਂ ਹਨ। ਅਣਛਪੀਆਂ ਪੁਸਤਕਾਂ ਮਾਣੀਆਂ ਜਾਂਦੀਆਂ ਹਨ। ਪੁਸਤਕਾਂ ਤੋਂ ਲਾਭ ਉਠਾਉਣ ਲਈ ਜ਼ਰੂਰੀ ਨਹੀਂ ਕਿ ਰਿਹਾਇਸ਼ ਲਾਇਬ੍ਰੇਰੀ ਵਿੱਚ ਕੀਤੀ ਜਾਵੇ। ਹਰ ਕਿਸੇ ਦੇ ਅੰਦਰ ਇੱਕ ਕਬਰਸਤਾਨ ਹੁੰਦਾ ਹੈ, ਜਿੱਥੇ ਅਸੀਂ ਮਰ ਗਏ ਰਿਸ਼ਤਿਆਂ, ਆਪਣੀਆਂ ਗਲਤੀਆਂ ਅਤੇ ਪਿਆਰਿਆਂ ਦੇ ਨੁਕਸ ਦਫਨ ਕਰਦੇ ਹਾਂ। ਇਸਤਰੀ ਨੂੰ ਸਭ ਤੋਂ ਵੱਧ ਪਰੇਸ਼ਾਨ ਉਹ ਕਰਦਾ ਹੈ ਜਿਹੜਾ ਉਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ, ਪਰ ਪਿਆਰ ਪ੍ਰਗਟਾਉਣ ਦਾ ਢੰਗ ਨਹੀਂ ਲੱਭ ਸਕਦਾ। ਉਦਾਸ ਹੋ ਉਹਨਾਂ ਪਲਾਂ ਨੂੰ ਯਾਦ ਕਰੋ ਜਦੋਂ ਤੁਸੀਂ ਜੋ ਚਾਹਿਆ ਸੀ ਉਹ ਪ੍ਰਾਪਤ ਹੋਇਆ ਸੀ। ਹੌਸਲਾ ਮਿਲੇਗਾ। ਅਕਲ ਨੇ ਕਿਹਾ ਅਸੰਭਵ ਹੈ, ਤਜਰਬੇ ਨੇ ਦੱਸਿਆ ਖਤਰਾ ਹੈ, ਤਰਕ ਨੇ ਆਖਿਆ ਅਰਥਹੀਨ ਹੈ, ਦਿਲ ਨੇ ਕਿਹਾ ਕਰਕੇ ਤਾਂ ਵੇਖ। ਜਿਹੜੇ ਅਤੀਤ ਗੁਆਚ ਜਾਣ ਦਾ ਵਿਰਲਾਪ ਕਰਦੇ ਹਨ, ਉਹ ਵਰਤਮਾਨ ਦੇ ਕਰਤੱਵਾਂ ਤੋਂ ਬਚਣ ਦਾ ਛਲ ਕਰ ਰਹੇ ਹੁੰਦੇ ਹਨ। ਆਮ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ, ਪਰ ਜਦੋਂ ਅਸੀਂ ਕਿਸੇ ਵੱਲੋਂ ਕੀਤਾ ਅਪਮਾਨ ਭੁੱਲਣ ਦਾ ਯਤਨ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਯਾਦ ਸ਼ਕਤੀ ਤਾਂ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਈ ਹੈ। ਚੰਗੇ ਨੂੰ ਉੱਤਮ ਲਈ ਵਾਰ ਦੇਣਾ ਕਲਾਕਾਰ ਅਤੇ ਕਲਾ ਦਾ ਗੁਣ ਹੁੰਦਾ ਹੈ। ਸੱਚ ਦੀ ਭਾਲ ਕਰਨ ਵਾਲੇ ਵਿਸ਼ਵਾਸਯੋਗ ਹੁੰਦੇ ਹਨ। ਸੱਚ ਲੱਭ ਲੈਣ ਦਾ ਦਾਅਵਾ ਕਰਨ ਵਾਲੇ ਸਾਰੇ ਝੂਠੇ ਹੁੰਦੇ ਹਨ। ਜੋ ਚੀਜ਼ਾਂ ਅਰਦਾਸਾਂ ਦੇ ਬਾਵਜੂਦ ਨਹੀਂ ਮਿਲੀਆਂ, ਉਹਨਾਂ ਸੰਬੰਧੀ ਝੁਰਨ ਦੀ ਲੋੜ ਨਹੀਂ। ਜੋ ਚੀਜ਼ਾਂ ਅਰਦਾਸਾਂ ਤੋਂ ਬਿਨਾਂ ਹੀ ਮਿਲੀਆਂ ਹਨ, ਉਹਨਾਂ ਸੰਬੰਧੀ ਧੰਨਵਾਦੀ ਹੋਣ ਵਿੱਚ ਪ੍ਰਸੰਨਤਾ ਮਿਲੇਗੀ। ਜਾਂ ਤੁਹਾਡਾ ਕੰਮ ਹੋਰਾਂ ਨਾਲੋਂ ਚੰਗੇਰਾ ਹੋਣਾ ਚਾਹੀਦਾ ਹੈ ਜਾਂ ਹੋਰਾਂ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ। ਇਹਨਾਂ ਗੁਣਾਂ ਤੋਂ ਬਿਨਾਂ ਪਛਾਣ ਨਹੀਂ ਉਸਰੇਗੀ। ਸੰਸਾਰ ਦਾ 2/3 ਸੋਨਾ ਦੱਖਣੀ ਅਫਰੀਕਾ ਤੋਂ ਪ੍ਰਾਪਤ ਹੁੰਦਾ ਹੈ। ਸੰਸਾਰ ਦੇ ਸੋਨੇ ਦਾ 1/3 ਭਾਗ ਭਾਰਤ ਖਰੀਦਦਾ ਹੈ। ਸੋਨਾ ਹੁਣ ਮੁੱਲਵਾਨ ਧਾਤ ਨਹੀਂ ਰਹੀ। ਇਸੇ ਕਾਰਨ ਨਾ ਦੱਖਣੀ ਅਫਰੀਕਾ ਦਾ ਚਰਚਾ ਹੁੰਦਾ ਹੈ, ਨਾ ਭਾਰਤ ਨੂੰ ਅਮੀਰ ਸਮਝਿਆ ਜਾਂਦਾ ਹੈ। ਮੌਕਿਆਂ ਦਾ ਜੇ ਲਾਭ ਉਠਾਉਂਦੇ ਰਹੋ ਤਾਂ ਨਵੇਂ-ਨਵੇਂ ਅਤੇ ਵੰਨ-ਸੁਵੰਨੇ ਮੌਕੇ ਮਿਲਦੇ ਰਹਿੰਦੇ ਹਨ। ਜੇ ਲਾਭ ਨਾ ਉਠਾਇਆ ਜਾਵੇ ਤਾਂ ਨਾ ਕੇਵਲ ਮੌਕੇ ਗੁਆਚ ਜਾਂਦੇ ਹਨ, ਇਹ ਹੋਰ ਉਪਜਦੇ ਵੀ ਨਹੀਂ। ਕਿਸੇ ਨੇ ਜ਼ਿੰਦਗੀ ਨੂੰ ਪੁੱਛਿਆ, ਤੂੰ ਇਤਨੀ ਮੁਸ਼ਕਿਲ ਕਿਉਂ ਹੈ? ਜ਼ਿੰਦਗੀ ਨੇ ਕਿਹਾ, ਮੁਸ਼ਕਿਲ ਇਸ ਲਈ ਹਾਂ ਕਿਉਂਕਿ ਤੁਸੀਂ ਸੌਖੀ ਅਤੇ ਸਰਲ ਜ਼ਿੰਦਗੀ ਦੀ ਕੋਈ ਕਦਰ ਨਹੀਂ ਕਰਦੇ। ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਉਤਸ਼ਾਹ ਨਾ ਹੋਵੇ, ਉਸ ਚੀਜ਼ ਦੀ ਪ੍ਰਾਪਤੀ ਪ੍ਰਸੰਨਤਾ ਨਹੀਂ ਦੇਵੇਗੀ। ਪ੍ਰਸੰਨਤਾ ਚੀਜ਼ ਵਿੱਚ, ਪੈਸੇ ਵਿੱਚ, ਜਾਇਦਾਦ ਵਿੱਚ ਨਹੀਂ ਹੁੰਦੀ, ਉਤਸ਼ਾਹ ਵਿੱਚ ਹੁੰਦੀ ਹੈ। ਕਿਸੇ ਨੂੰ ਥੱਪੜ ਮਾਰ ਕੇ ਮੁਆਫ਼ੀ ਮੰਗਣੀ ਸੌਖੀ ਹੁੰਦੀ ਹੈ। ਕਿਸੇ ਦਾ ਥੱਪੜ ਖਾ ਕੇ ਕਹਿਣਾ ਮੈਨੂੰ ਕੁਝ ਨਹੀਂ ਹੋਇਆ ਬੜਾ ਮੁਸ਼ਕਿਲ ਹੁੰਦਾ ਹੈ। ਕਿਸੇ ਲੜਕੀ ਨੂੰ ਸੋਹਣੀ ਕਹੋ, ਉਹ 5 ਮਿੰਟ ਯਾਦ ਰੱਖੇਗੀ। ਕਿਸੇ ਨੂੰ ਕੋਝੀ ਕਹੋ, ਉਹ ਕਦੇ ਨਹੀਂ ਭੁੱਲੇਗੀ। ਜੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਹੋਵੇਗੀ ਤਾਂ ਦੂਜੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣੀ ਸੌਖੀ ਹੋ ਜਾਵੇਗੀ।
ਕਿਹਾ ਜਾਂਦਾ ਹੈ ਕਿ ਗਲਤੀਆਂ ਸਫਲਤਾ ਸਿਰਜਦੀਆਂ ਹਨ, ਪਰ ਵਾਸਤਵ ਵਿੱਚ ਗਲਤੀਆਂ ਨਹੀਂ, ਗਲਤੀਆਂ ਦੀ ਸੁਧਾਈ ਸਫਲਤਾ ਸਿਰਜਦੀ ਹੈ। ਕਈਆਂ ਨੂੰ ਵਕਤ ਭੁਲਾ ਦਿੰਦਾ ਹੈ, ਪਰ ਕਈ ਸਾਨੂੰ ਵਕਤ ਹੀ ਭੁਲਵਾ ਦਿੰਦੇ ਹਨ। ਅਸੀਂ ਸ਼ਿਕਾਇਤਾਂ ਕਰਦੇ ਹਾਂ ਕਿ ਰੱਬ ਸਾਡੀਆਂ ਬੇਨਤੀਆਂ ਝਟਪਟ ਨਹੀਂ ਮੰਨਦਾ। ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਰੱਬ ਸਾਡੀਆਂ ਗਲਤੀਆਂ ਅਤੇ ਕੋਤਾਹੀਆਂ ਦੀ ਸਜ਼ਾ ਝਟਪਟ ਨਹੀਂ ਦਿੰਦਾ। ਨਿਰੰਤਰ ਖੁਸ਼ੀ ਵੀ ਮਨੁੱਖ ਨੂੰ ਖੁੰਡਾ ਕਰ ਦਿੰਦੀ ਹੈ। ਸਮਾਜ ਸਾਨੂੰ ਘਟਾ ਕੇ ਨਹੀਂ ਵੇਖਦਾ, ਸਮਾਜ ਸਾਡੇ ਵੱਲ ਵੇਖਦਾ ਘੱਟ ਹੈ। ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋਣ ਵਾਲੀਆਂ ਨਹੀਂ ਹੁੰਦੀਆਂ। ਲੋਕ ਤੁਹਾਡੇ ਸ਼ਬਦ ਮਾਪਣਗੇ ਅਤੇ ਤੁਹਾਡੀ ਨੀਅਤ ਤੋਲਣਗੇ। ਸਖਤ ਮਿਹਨਤ ਦੇ ਬਾਵਜੂਦ ਸਫਲਤਾ ਭਾਵੇਂ ਨਾ ਮਿਲੇ, ਪਰ ਸਮੁੱਚੇ ਰੂਪ ਵਿੱਚ ਸਫਲ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਨਿਮਰਤਾ ਦੇ ਅਰਥ ਆਪਣੇ ਆਪ ਨੂੰ ਘਟਾ ਕੇ ਸੋਚਣਾ ਨਹੀਂ ਹੁੰਦੇ, ਆਪਣੇ ਆਪ ਬਾਰੇ ਘੱਟ ਸੋਚਣਾ ਹੁੰਦੇ ਹਨ। ਕਿਸੇ ਨੇ ਫਿਲਾਸਫਰ ਨੂੰ ਪੁੱਛਿਆ, ਜੀਵਨ ਕਿਸ ਨਾਲ ਗੁਜ਼ਾਰਨਾ ਚਾਹੋਗੇ? ਫਿਲਾਸਫਰ ਨੇ ਕਿਹਾ, ਜਿਹੜੀ ਨਾ ਆਪ ਸੰਪੂਰਨ ਹੋਵੇ, ਨਾ ਮੈਨੂੰ ਸੰਪੂਰਨ ਸਮਝੇ। ਖੇਤਰ ਕੋਈ ਹੋਵੇ, ਬਦਲਣਾ ਅਤੇ ਸੁਧਾਰਨਾ ਦੋ ਵੱਖਰੇ ਅਮਲ ਹੁੰਦੇ ਹਨ। ਇਹਨਾਂ ਦੇ ਢੰਗ ਵੀ ਵੱਖਰੇ ਹੁੰਦੇ ਹਨ। ਜੇ ਤੁਹਾਡੀ ਕੁਝ ਕਰਨ ਦੀ ਮਰਜ਼ੀ ਹੀ ਨਹੀਂ, ਤਾਂ ਕੋਈ ਫਲਸਫਾ, ਕੋਈ ਸਿਧਾਂਤ, ਕੋਈ ਪ੍ਰੇਰਨਾ ਕੰਮ ਨਹੀਂ ਆਵੇਗੀ। ਠੁੱਡਾ ਮਨੁੱਖ ਨੂੰ ਡਿੱਗਣ ਤੋਂ ਵੀ ਬਚਾਉਂਦਾ ਹੈ ਅਤੇ ਸਾਵਧਾਨ ਵੀ ਕਰਦਾ ਹੈ। ਮੁਸ਼ਕਿਲ ਕਾਰਜ ਸਿਖਰ ਤੇ ਪਹੁੰਚਣਾ ਨਹੀਂ ਹੁੰਦਾ, ਥੱਲੇ ਖਿੱਚਣ ਵਾਲੀ ਭੀੜ ਤੋਂ ਵੱਖਰੇ ਹੋਣਾ ਹੁੰਦਾ ਹੈ। ਅਕਸਰ ਸਾਰੇ ਆਪਣੀ ਸਧਾਰਨ ਸ਼ਕਲ ਦੀ, ਛੋਟੇ ਨੱਕ ਦੀ, ਮੋਟੇ ਬੁੱਲ੍ਹਾਂ ਦੀ, ਸੋਹੜੇ ਮੱਥੇ ਦੀ ਸ਼ਿਕਾਇਤ ਕਰਦੇ ਹਨ, ਪਰ ਕੋਈ ਵੀ ਆਪਣੇ ਸੰਕੀਰਨ ਦਿਮਾਗ ਦੀ, ਪੁੱਠੀ ਅਕਲ ਦੀ, ਘੱਟ ਸੋਝੀ ਦੀ ਗੱਲ ਨਹੀਂ ਕਰਦਾ। ਜ਼ਿੰਦਗੀ ਤੋਂ ਅੱਕ ਗਏ ਹੋ? ਜਿਹੜਾ ਕੰਮ ਦਿਲ ਲਾ ਕੇ ਕਰ ਸਕਦੇ ਹੋ ਉਹ ਕਰੋ, ਪੂਰੀ ਸੁਹਿਰਦਤਾ ਨਾਲ ਕਰੋ। ਤੁਹਾਨੂੰ ਉਹ ਤਸੱਲੀ ਮਿਲੇਗੀ ਜਿਹੜੀ ਤੁਸੀਂ ਸਮਝਦੇ ਸੀ ਹੁਣ ਨਹੀਂ ਮਿਲ ਸਕਦੀ। ਹਰ ਯੋਧਾ ਪਹਿਲਾਂ ਇੱਕ ਰੋਂਦਾ ਬਾਲ ਸੀ, ਹਰ ਵੱਡੀ ਅਤੇ ਆਲੀਸ਼ਾਨ ਇਮਾਰਤ ਪਹਿਲਾਂ ਕੇਵਲ ਇੱਕ ਨਕਸ਼ਾ ਸੀ। ਮਹੱਤਵਪੂਰਨ ਇਹ ਨਹੀਂ ਕਿ ਅੱਜ ਤੁਸੀਂ ਕਿੱਥੇ ਹੋ, ਮਹੱਤਵਪੂਰਨ ਇਹ ਹੈ ਕਿ ਕੱਲ੍ਹ ਪਰਸੋਂ ਤੁਸੀਂ ਕਿੱਥੇ ਹੋਵੋਗੇ। ਯੂਰਪ ਨੇ 4 ਆਜ਼ਾਦੀਆਂ ਸੰਭਵ ਬਣਾਈਆਂ ਹਨ: ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ, ਧਰਮ ਦੀ ਆਜ਼ਾਦੀ, ਗਰੀਬੀ ਤੋਂ ਆਜ਼ਾਦੀ, ਡਰ ਤੋਂ ਆਜ਼ਾਦੀ। ਬੁਰਾ ਨਾ ਮਨਾਓ ਕਿ ਲੋਕ ਤੁਹਾਨੂੰ ਮੁਸੀਬਤ ਵਿੱਚ ਹੀ ਯਾਦ ਕਰਦੇ ਹਨ। ਤੁਸੀਂ ਮੋਮਬੱਤੀ ਦੀ ਨਿਆਈ ਹੋ, ਜਿਸ ਦੀ ਲੋੜ ਹਨੇਰੇ ਵਿੱਚ ਹੀ ਪੈਂਦੀ ਹੈ। ਵਿਸ਼ਵਾਸ ਸਾਰੀ ਪੌੜੀ ਵੇਖੇ ਬਿਨਾਂ ਪਹਿਲੇ ਡੰਡੇ ਤੇ ਪੈਰ ਰੱਖਣਾ ਹੁੰਦਾ ਹੈ। ਕੱਪੜਿਆਂ ਸੰਬੰਧੀ ਹਰ ਇਸਤਰੀ ਦੀਆਂ 2 ਸਮੱਸਿਆਵਾਂ ਹੁੰਦੀਆਂ ਹਨ। ਪਹਿਲੀ, ਪਾਉਣ ਲਈ ਮੇਰੇ ਕੋਲ ਕੱਪੜੇ ਹੀ ਕੋਈ ਨਹੀਂ। ਦੂਜੀ, ਸਮਝ ਨਹੀਂ ਆਉਂਦੀ ਕਿ ਮੈਂ ਆਪਣੇ ਕੱਪੜਿਆਂ ਦਾ ਢੇਰ ਸਾਂਭਾਂ ਕਿਵੇਂ। ਪਿਆਰ ਦੇ ਆਰੰਭ ਹੋਣ ਅਤੇ ਮੁੱਕਣ ਦਾ ਕੋਈ ਨੇਮ ਨਹੀਂ ਹੁੰਦਾ। ਇਹ ਉਦੋਂ ਪੈ ਜਾਂਦਾ ਹੈ ਜਦੋਂ ਇਸ ਦੀ ਆਸ ਨਹੀਂ ਹੁੰਦੀ, ਪਰ ਮੁੱਕਦਾ ਇਹ ਅਤਿਅੰਤ ਲੋੜ ਵੇਲੇ ਹੈ। ਨਵੇਂ ਪਿੰਡ, ਨਵੀਂ ਥਾਂ, ਨਵੇਂ ਦਫ਼ਤਰ, ਨਵੇਂ ਦੇਸ਼ ਵਿੱਚ ਵੇਖੋ ਵਧੇਰੇ, ਬੋਲੋ ਘੱਟ। ਸ਼ਾਂਤੀ ਸਮੱਸਿਆਵਾਂ ਤੋਂ ਮੁਕਤ ਅਵਸਥਾ ਨਹੀਂ ਹੁੰਦੀ, ਸਗੋਂ ਉਹ ਸਥਿਤੀ ਹੁੰਦੀ ਹੈ ਜਦੋਂ ਸਮੱਸਿਆਵਾਂ ਤੇ ਟਕਰਾਵਾਂ ਨਾਲ ਨਜਿੱਠਣ ਲਈ ਢੁਕਵੀਂ ਸਮਰੱਥਾ ਉਸਾਰ ਲਈ ਜਾਂਦੀ ਹੈ। ਹਾਜ਼ਰ ਜਵਾਬੀ ਹਰ ਸਥਿਤੀ ਨੂੰ ਸਹਿਯੋਗ ਬਣਾ ਦਿੰਦੀ ਹੈ। ਹਰ ਲੜਕਾ ਚਾਹੁੰਦਾ ਹੈ ਕਿ ਉਸਦੀ ਕੋਈ ਸਹੇਲੀ ਹੋਵੇ, ਪਰ ਵਿਆਹ ਲਈ ਉਹ ਉਸ ਲੜਕੀ ਨੂੰ ਲੱਭਦਾ ਹੈ ਜਿਹੜੀ ਕਿਸੇ ਦੀ ਸਹੇਲੀ ਨਾ ਹੋਵੇ। ਸੱਚਾ ਪਿਆਰ ਤਾਂ ਪਹਿਲਾ ਪਿਆਰ ਹੀ ਹੁੰਦਾ ਹੈ। ਦੂਜਾ ਪਿਆਰ ਪਹਿਲੇ ਪਿਆਰ ਦੀਆਂ ਸੱਟਾਂ ਦੇ ਇਲਾਜ ਲਈ ਹੁੰਦਾ ਹੈ, ਤਾਂ ਕਿ ਤੀਜਾ, ਚੌਥਾ, ਪੰਜਵਾਂ ਪਿਆਰ ਸੌਖਿਆਂ ਕੀਤਾ ਜਾ ਸਕੇ। ਭਰਪੂਰ ਜੀਵਨ ਜਿਉਣ ਲਈ ਗਲਤੀਆਂ ਦਾ ਡਰ ਤਿਆਗਣਾ ਪਏਗਾ। ਜਦੋਂ ਵੀ ਆਪਣੇ ਆਪ ਵਿੱਚ ਵਿਸ਼ਵਾਸ ਜਗਾਓਗੇ, ਆਪਣੀਆਂ ਸਮੱਸਿਆਵਾਂ ਹੱਲ ਕਰਨੀਆਂ ਵੀ ਜਾਣ ਜਾਓਗੇ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਉਹ ਕੁਝ ਬਣਦਾ ਰਹਿੰਦਾ ਹੈ।
ਕੋਈ ਹਰ ਕਿਸੇ ਦੀ ਮਦਦ ਨਹੀਂ ਕਰ ਸਕਦਾ, ਪਰ ਹਰ ਕੋਈ ਹਰ ਵੇਲੇ ਕਿਸੇ ਨਾ ਕਿਸੇ ਦੀ ਮਦਦ ਅਵੱਸ਼ ਕਰ ਸਕਦਾ ਹੈ। ਹੁਣ ਕਿਸੇ ਦੀ ਨਹੀਂ ਨੂੰ ਕਦੇ ਨਹੀਂ ਬਣਨ ਵਿੱਚ ਦੇਰ ਨਹੀਂ ਲੱਗਦੀ। ਕੁਦਰਤ ਵਿੱਚ ਸੁਰੱਖਿਆ ਦਾ ਸੰਕਲਪ ਨਹੀਂ ਹੈ। ਕੁਦਰਤ ਨੇ ਹਰ ਕਿਸੇ ਨੂੰ ਆਪਣੀ ਰੱਖਿਆ ਕਰਨ ਦੀ ਯੋਗਤਾ ਦਿੱਤੀ ਹੋਈ ਹੈ। ਜੇ ਪਹੁੰਚ ਹਾਂ ਪੱਖੀ ਹੈ ਤਾਂ ਆਵਾਜ਼ ਸੰਗੀਤ ਬਣ ਜਾਵੇਗੀ, ਜੇ ਨਾ ਪੱਖੀ ਹੈ ਤਾਂ ਸ਼ੋਰ ਹੋ ਨਿਬੜੇਗੀ। ਜੇ ਪਹੁੰਚ ਹਾਂ ਪੱਖੀ ਹੈ ਤਾਂ ਹਰਕਤਾਂ ਗਿੱਧਾ ਬਣ ਜਾਣਗੀਆਂ, ਜੇ ਨਾ ਪੱਖੀ ਹੈ ਤਾਂ ਹਰਕਤਾਂ ਸ਼ਰਾਰਤਾਂ ਅਖਵਾਉਣਗੀਆਂ। ਜੋ ਅੱਜ ਮਹਾਨ ਹੈ ਉਸਦਾ ਵੀ ਕਦੇ ਸਧਾਰਨ ਜਿਹਾ ਆਰੰਭ ਹੋਇਆ ਸੀ। ਨਵੇਂ ਕੰਮ ਲਈ ਪਹਿਲਾ ਕਦਮ ਚੁੱਕਣ ਵਿੱਚ ਦੁਚਿੱਤੀ ਕਿਸ ਗੱਲ ਦੀ ਹੈ। ਜੇ ਤੁਸੀਂ ਜਨੂੰਨੀ ਹੋ ਤਾਂ ਅਕਲ ਦੇ ਲੜ ਲੱਗੋ, ਤੁਹਾਨੂੰ ਅਕਲ ਦੀ ਲੋੜ ਹੈ। ਕੁਝ ਬਾਰੇ ਅਸੀਂ ਅੱਖਾਂ ਅਤੇ ਬੁੱਧੀ ਰਾਹੀਂ ਹੀ ਜਾਣਦੇ ਹਾਂ, ਪਰ ਕੁਝ ਹੁੰਦੇ ਹਨ ਜਿਨ੍ਹਾਂ ਨੂੰ ਸਾਡੇ ਨਾਲੋਂ ਵੀ ਸਾਡਾ ਦਿਲ ਵਧੇਰੇ ਜਾਣਦਾ ਹੁੰਦਾ ਹੈ। ਜਿਤਨਾ ਚਿਰ ਨੱਕ ਸਾਹ ਲੈਣ ਵਿੱਚ ਕਾਮਯਾਬ ਹੈ, ਇਸ ਨੂੰ ਕੋਝਾ ਨਾ ਕਹੋ। ਸਵਾਦ ਕੋਈ ਹੋਵੇ, ਉਹ ਹਮੇਸ਼ਾ ਵਾਸਤੇ ਮੂੰਹ ਵਿੱਚ ਨਹੀਂ ਰਹਿੰਦਾ। ਜੰਗਲ ਉਹਨਾਂ ਲਈ ਜੰਗਲ ਹੁੰਦਾ ਹੈ ਜਿਹੜੇ ਜੰਗਲ ਵਿੱਚ ਨਹੀਂ ਰਹਿੰਦੇ। ਜਿਹੜੇ ਜੰਗਲ ਵਿੱਚ ਜੰਮਦੇ ਪਲਦੇ ਹਨ, ਉਹਨਾਂ ਲਈ ਜੰਗਲ ਬੜੀ ਸੁਖਾਵੀਂ ਅਤੇ ਸੁਹਾਵਣੀ ਰਿਹਾਇਸ਼ ਹੁੰਦੀ ਹੈ। ਪੁਰਸ਼ ਲਈ ਕਿਸੇ ਖੇਤਰ ਵਿੱਚ ਕੋਈ ਯੋਗਦਾਨ ਪਾਉਣ ਲਈ ਬੱਚਿਆਂ ਦਾ ਪਿਤਾ ਹੋਣਾ ਜ਼ਰੂਰੀ ਹੈ। ਸਫਲਤਾ ਭਾਵੇਂ ਉਹ ਬੱਚਿਆਂ ਤੋਂ ਬਿਨਾਂ ਵੀ ਹੋ ਜਾਵੇ, ਪਰ ਸਫਲ ਹੋਣ ਦੀ ਤਸੱਲੀ ਤਾਂ ਹੀ ਮਿਲੇਗੀ ਜੇ ਪਤਨੀ ਅਤੇ ਬੱਚੇ ਉਸਦੀ ਸਫਲਤਾ ਦਾ ਮਾਣ ਕਰਨਗੇ। ਜਿਹੜੇ ਜ਼ਿੰਦਗੀ ਨੂੰ ਫੁੱਲਾਂ ਦੀ ਸੇਜ ਸਮਝਦੇ ਹਨ, ਉਹ ਹੀ ਅਕਸਰ ਢਹਿੰਦੀ ਕਲਾ ਦਾ ਸ਼ਿਕਾਰ ਹੁੰਦੇ ਹਨ। ਸਫਲਤਾ ਨੂੰ ਉਸ ਲਈ ਕੀਤੀਆਂ ਕੁਰਬਾਨੀਆਂ ਅਤੇ ਉਸ ਵਾਸਤੇ ਤਿਆਗੇ ਸੁੱਖਾਂ ਨਾਲ ਮਾਪਿਆ ਜਾਂਦਾ ਹੈ। ਗਿਆਨ ਦਾ ਆਰੰਭ ਪਿਆਰ ਭਰੀ ਹੈਰਾਨੀ ਨਾਲ ਹੁੰਦਾ ਹੈ। ਸੁਪਨੇ ਅਤੇ ਨਿਸ਼ਾਨੇ ਵਿੱਚ ਅੰਤਰ ਇਹ ਹੈ ਕਿ ਸੁਪਨੇ ਲਈ ਲੰਮੀ ਨੀਂਦਰ ਚਾਹੀਦੀ ਹੁੰਦੀ ਹੈ, ਜਦਕਿ ਨਿਸ਼ਾਨੇ ਲਈ ਰਾਤਾਂ ਦੀ ਨੀਂਦਰ ਤਿਆਗੀ ਜਾਂਦੀ ਹੈ। ਕਿਸੇ ਦੀ ਲੋੜ ਬਣੋ, ਤਸੱਲੀ ਅਤੇ ਪ੍ਰਸੰਨਤਾ ਮਿਲੇਗੀ। ਜਿੱਤ ਜਿਤਨੀ ਮੁਸ਼ਕਿਲ ਹੋਵੇਗੀ, ਪ੍ਰਸੰਨਤਾ ਉਤਨੀ ਵਧੇਰੇ ਹੋਵੇਗੀ। ਦਾਖਲਾ ਜਿਤਨਾ ਮੁਸ਼ਕਿਲ ਹੋਵੇਗਾ, ਡਿਗਰੀ ਉਤਨੀ ਮੁੱਲਵਾਨ ਹੋਵੇਗੀ। ਵਿਸ਼ਲੇਸ਼ਣ ਫੈਸਲਾ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਫੈਸਲੇ ਨੂੰ ਲਾਗੂ ਕਰਨ ਵੇਲੇ ਵਿਸ਼ਲੇਸ਼ਣ ਕਰਨ ਲੱਗ ਜਾਣਾ ਹਾਰ ਦਾ ਕਾਰਨ ਬਣਦਾ ਹੈ। ਮੁਸ਼ਕਿਲਾਂ ਮਨੁੱਖ ਨੂੰ ਤਿੱਖਾ, ਸੰਕਟ ਮਨੁੱਖ ਨੂੰ ਮਜ਼ਬੂਤ ਅਤੇ ਮੁਸੀਬਤਾਂ ਮਨੁੱਖ ਨੂੰ ਨਿੱਘਰ ਬਣਾਉਂਦੀਆਂ ਹਨ। ਉਬਲਦੇ ਪਾਣੀ ਵਿੱਚੋਂ ਆਪਣਾ ਅਕਸ ਨਹੀਂ ਵੇਖਿਆ ਜਾ ਸਕਦਾ। ਗੁੱਸੇ ਵਿੱਚ ਸੱਚ ਨਹੀਂ ਪਛਾਣਿਆ ਜਾ ਸਕਦਾ। ਕਾਰਜ ਕਰਦਿਆਂ ਕਾਰਜ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਆਪਣੇ ਦੋਸ਼ਾਂ ਨੂੰ ਦੂਜਿਆਂ ਦੇ ਸਿਰ ਮੜ੍ਹਨ ਨਾਲ ਦੂਜੇ ਨਹੀਂ ਬਦਲਣਗੇ। ਹਰ ਚੀਜ਼ ਦੇ ਸਿੱਟੇ ਨਿਕਲਦੇ ਹਨ। ਚਿੰਤਾਵਾਂ ਝੁਰੜੀਆਂ ਬਣ ਜਾਂਦੀਆਂ ਹਨ। ਡਰ ਨਾਲ ਵਾਲ ਚਿੱਟੇ ਹੋ ਜਾਂਦੇ ਹਨ। ਆਲਸ ਪਛਤਾਵਾ ਹੋ ਨਿਬੜਦਾ ਹੈ। ਬੱਚਤ ਦੀ ਅਣਹੋਂਦ ਬੁਢਾਪਾ ਰੋਲ ਦਿੰਦੀ ਹੈ। ਸ਼ੱਕ ਡਰ ਉਪਜਾਉਂਦਾ ਹੈ। ਚੰਗੇ ਹੀ ਨਾ ਬਣੋ, ਚੰਗੀ ਉਦਾਹਰਨ ਵੀ ਬਣੋ। ਜਦੋਂ ਮਨੁੱਖ ਜਹਿਦ ਕਰ ਰਿਹਾ ਹੁੰਦਾ ਹੈ ਤਾਂ ਉਸਦਾ ਕੱਦ ਤਾਂ ਨਹੀਂ ਵੱਧ ਰਿਹਾ ਹੁੰਦਾ, ਪਰ ਉਸਦੀਆਂ ਜੜ੍ਹਾਂ ਡੂੰਘੀਆਂ ਹੋ ਰਹੀਆਂ ਹੁੰਦੀਆਂ ਹਨ। ਬਾਗ ਲਾਓਗੇ, ਫੁੱਲ ਖਿੜਨਗੇ, ਆਲਾ ਦੁਆਲਾ ਮਹਿਕੇਗਾ। ਸ਼ਹਿਦ ਦੀ ਮੱਖੀ ਫੁੱਲ ਦੀ ਮਹਿਮਾਨ ਹੋਵੇਗੀ। ਫੁੱਲ ਨੂੰ ਪਿਆਰ ਮਿਲੇਗਾ, ਮੱਖੀ ਨੂੰ ਸ਼ਹਿਦ। ਵੇਖਣ ਵਾਲੇ ਨੂੰ ਸੁੱਖ, ਹਰ ਕਿਸੇ ਨੂੰ ਕੁਝ ਨਾ ਕੁਝ ਮਿਲੇਗਾ। ਸ਼ਾਂਤ ਵਿਅਕਤੀਆਂ ਕੋਲ ਸਭ ਕੁਝ ਨਹੀਂ ਹੁੰਦਾ, ਪਰ ਜੋ ਅਤੇ ਜਿਤਨਾ ਹੁੰਦਾ ਹੈ ਉਸਨੂੰ ਉਹ ਸਭ ਕੁਝ ਬਣਾ ਲੈਂਦੇ ਹਨ। ਪਹੁੰਚਣ ਵਾਲੀ ਥਾਂ ਤੇ ਕੁਝ ਪਲ ਪਹਿਲਾਂ ਪਹੁੰਚਣ ਨਾਲ ਮਨ ਦੀ ਹਾਲਤ ਚੜ੍ਹਦੀ ਕਲਾ ਵਾਲੀ ਹੁੰਦੀ ਹੈ। ਹੌਸਲਾ ਦੇਣ ਦਾ ਉਦੇਸ਼ ਦੂਜਿਆਂ ਵਿੱਚੋਂ ਉਹਨਾਂ ਦੀ ਸਮਰੱਥਾ ਨੂੰ ਜਗਾਉਣਾ ਅਤੇ ਯੋਗਤਾ ਨੂੰ ਬਾਹਰ ਕੱਢ ਲਿਆਉਣਾ ਹੁੰਦਾ ਹੈ। ਜਿਤਨਾ ਚਿਰ ਜ਼ਿੰਦਗੀ ਹੈ ਜੀਵੋ, ਮਰਨ ਤੋਂ ਪਹਿਲਾਂ ਨਾ ਮਰੋ। ਉਤਸ਼ਾਹ ਨਾਲ ਨਲਾਇਕ ਲਾਇਕ ਬਣ ਜਾਂਦੇ ਹਨ। ਲਿੰਕਨ ਨੇ ਇਸ ਵਿਚਾਰ ਨਾਲ ਗੁਲਾਮੀ ਮੁਕਾਉਣ ਦਾ ਸੰਕਲਪ ਕੀਤਾ ਸੀ ਕਿ ਅਮਰੀਕਾ ਅੱਧਾ ਗੁਲਾਮ ਅਤੇ ਅੱਧਾ ਆਜ਼ਾਦ ਹੋ ਕੇ ਨਹੀਂ ਰਹਿ ਸਕਦਾ।
ਮਨੋਰੰਜਨ ਤਾਂ ਹੀ ਮਨੋਰੰਜਨ ਹੁੰਦਾ ਹੈ ਜੇ ਇਹ ਕੰਮ ਮੁਕਾਉਣ ਤੋਂ ਮਗਰੋਂ ਹੋਵੇ। ਦਿਮਾਗ ਪਿਤਾ ਵਾਂਗ ਕਾਰਜ ਕਰਦਾ ਹੈ, ਦਿਲ ਮਾਂ ਵਾਂਗ ਵਿਚਰਦਾ ਹੈ। ਨਿਰਣੇ ਦੀ ਸ਼ਕਤੀ ਅਤੇ ਅਮਲ ਦੀ ਲਚਕ ਸਫਲਤਾ ਸਿਰਜਦੀ ਹੈ। ਸਫਲ ਵਿਅਕਤੀਆਂ ਨੂੰ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਕੋਈ ਮਹੱਤਵਪੂਰਨ ਕਾਰਜ ਕਰਦਿਆਂ ਹੀ ਹੁੰਦਾ ਹੈ। ਜਦੋਂ ਤੱਕ ਅਸੀਂ ਆਪਣੇ ਕੰਮ ਨੂੰ ਪਸੰਦ ਨਹੀਂ ਕਰਾਂਗੇ, ਸਫਲ ਨਹੀਂ ਹੋਵਾਂਗੇ। ਜਿਹੜੇ ਲੋਕ ਮੁਆਫੀ ਨਹੀਂ ਮੰਗਦੇ, ਮੁਆਫ ਨਹੀਂ ਕਰਦੇ, ਉਹਨਾਂ ਕੋਲ ਭਵਿੱਖ ਦੀ ਕੋਈ ਯੋਜਨਾ ਨਹੀਂ ਹੁੰਦੀ। ਬਦਲਾ ਲੈਣ ਦੀ ਭਾਵਨਾ ਅਧੀਨ ਉਹ ਭਵਿੱਖ ਵਿੱਚ ਵੀ ਅਤੀਤ ਭੁਗਤਦੇ ਹਨ। ਜਿਸ ਨੂੰ ਤੁਹਾਡੀ ਲੋੜ ਹੈ, ਜਿਸ ਦਾ ਤੁਹਾਡੇ ਉੱਤੇ ਹੱਕ ਹੈ, ਉਸ ਨੂੰ ਆਪਣੇ ਰੁੱਝੇ ਹੋਣ ਦੀ ਗੱਲ ਨਾ ਕਹੋ। ਜਿਹੜਾ ਤੁਹਾਡੇ ਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਭੁਲੇਖੇ ਵਿੱਚ ਨਾ ਰੱਖੋ। ਯਾਦ ਕਰਨ ਵਾਲੇ ਨੂੰ ਭੁੱਲੋ ਨਾ। ਪ੍ਰਗਟਾਵੇ ਦੀ ਆਜ਼ਾਦੀ ਦੇ ਅਰਥ ਹਨ ਸਭ ਕੁਝ ਕਹਿਣ, ਦੱਸਣ, ਲਿਖਣ ਦੀ ਆਜ਼ਾਦੀ, ਉਹ ਕੁਝ ਕਹਿਣ ਦੀ ਵੀ ਆਜ਼ਾਦੀ ਜੋ ਮੈਂ ਕਹਿਣਾ ਚਾਹੁੰਦਾ ਹਾਂ ਪਰ ਹੋਰ ਸੁਣਨਾ ਨਹੀਂ ਚਾਹੁੰਦੇ। ਪਿਆਰੇ ਦੇ ਮਰਨ ਤੇ ਸਾਡਾ ਵੀ ਇੱਕ ਭਾਗ ਮਰਦਾ ਹੈ, ਸਭ ਤੋਂ ਚੰਗਾ ਭਾਗ। ਜੇ ਆਪਣੀ ਗਲਤੀ ਮੰਨਣ ਦੀ ਦਲੇਰੀ ਹੋਵੇ ਤਾਂ ਸੁਣਨ ਵਾਲਿਆਂ ਵਿੱਚ ਮੁਆਫ਼ ਕਰਨ ਦੀ ਉਦਾਰਤਾ ਆਪ ਮੁਹਾਰੇ ਉਪਜ ਪੈਂਦੀ ਹੈ। ਜੇ ਤੁਹਾਨੂੰ ਕਿਸੇ ਵੇਲੇ ਦੇ ਆਪਣੇ ਭੈੜੇ ਕਹੇ ਕੀਤੇ ਤੇ ਸ਼ਰਮ ਨਹੀਂ ਆਉਂਦੀ ਤਾਂ ਸਪਸ਼ਟ ਹੈ ਕਿ ਤੁਸੀਂ ਇਮਾਨਦਾਰ ਨਹੀਂ ਹੋ। ਮੁਹਾਰਤ ਉਹ ਕਰਨ ਦੀ ਯੋਗਤਾ ਹੁੰਦੀ ਹੈ ਜੋ ਬਹੁਤਿਆਂ ਲਈ ਅਸੰਭਵ ਹੁੰਦਾ ਹੈ। ਮਨੁੱਖੀ ਨੱਕ 8000 ਸੁਗੰਧੀਆਂ ਪਛਾਣ ਸਕਦਾ ਹੈ, ਪਰ ਇਸ ਦਾ ਬਹੁਤਾ ਵਾਹ ਲਗਭਗ 20 ਗੰਧਾਂ ਸੁਗੰਧਾਂ ਨਾਲ ਹੀ ਪੈਂਦਾ ਹੈ। ਪਤੀ ਪਤਨੀ ਦਾ ਰਿਸ਼ਤਾ ਉਦੋਂ ਟੁੱਟਦਾ ਹੈ ਜਦੋਂ ਪਤਨੀ ਕੇਵਲ ਪਤੀ ਨੂੰ ਪਿਆਰ ਕਰਦੀ ਹੈ ਅਤੇ ਪਤੀ ਕਈਆਂ ਨੂੰ ਪਿਆਰ ਕਰਦਾ ਹੈ। ਕਦੇ ਨਿਰਾਸ਼ ਘੋੜਾ ਵੇਖਿਆ ਹੈ, ਕਦੇ ਉਦਾਸ ਪੰਛੀ ਵੇਖਿਆ ਹੈ। ਇਹ ਉਦਾਸ ਨਿਰਾਸ਼ ਨਹੀਂ ਹੁੰਦੇ ਕਿਉਂਕਿ ਇਹ ਹੋਰਾਂ ਘੋੜਿਆਂ ਪੰਛੀਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ। ਰਿਸ਼ਤਾ ਨਵਾਂ ਹੋਵੇ, ਮਿਲਣ ਦੇ ਬਹਾਨੇ ਬਣਾਏ ਜਾਣਗੇ। ਰਿਸ਼ਤਾ ਪੁਰਾਣਾ ਹੋ ਜਾਵੇ, ਮਿਲਣ ਤੋਂ ਬਚਣ ਦੀਆਂ ਤਰਕੀਬਾਂ ਸੋਚੀਆਂ ਜਾਣਗੀਆਂ। ਜੇ ਧੀਰਜ ਹੋਵੇ ਤਾਂ ਚਮਚੇ ਨਾਲ ਵੀ ਖੂਹ ਪੁੱਟਿਆ ਜਾ ਸਕਦਾ ਹੈ। ਜਿਹੜਾ ਵਾਜਬ ਨਾਲ ਪ੍ਰਸੰਨ ਨਹੀਂ, ਉਹ ਵੱਧ ਨਾਲ ਵੀ ਸੰਤੁਸ਼ਟ ਨਹੀਂ ਹੋਵੇਗਾ। ਪਿੰਡਾਂ ਦੀਆਂ ਕੁੜੀਆਂ ਦਾ ਪਿਆਰ ਸ਼ਹਿਰੀ ਕੁੜੀਆਂ ਦੇ ਪਿਆਰ ਨਾਲੋਂ ਵਧੇਰੇ ਸੱਚਾ ਅਤੇ ਪੱਕਾ ਹੁੰਦਾ ਹੈ ਕਿਉਂਕਿ ਉਹ ਪੱਕੀਆਂ ਅਤੇ ਸੱਚੀਆਂ ਹੁੰਦੀਆਂ ਹਨ। ਜੇ ਤੂੰ ਛੱਡ ਕੇ ਗਈ ਤਾਂ ਮੈਂ ਤੇਰੀਆਂ ਹੱਡੀਆਂ ਤੋੜ ਦਿਆਂਗਾ। ਹਾਏ, ਇਹੋ ਤੇ ਮੈਂ ਸੁਣਨਾ ਚਾਹੁੰਦੀ ਸੀ। ਸੰਸਾਰ ਦੀਆਂ ਸਾਰੀਆਂ ਖੇਡਾਂ ਜੀਵਨ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ ਆ ਕੇ ਮੁੱਕ ਜਾਂਦੀਆਂ ਹਨ, ਪਰ ਸੋਚ ਦੀ ਖੇਡ ਕਦੇ ਨਹੀਂ ਮੁੱਕਦੀ। ਸੋਚ ਦੀਆਂ ਗੰਢਾਂ ਖੁੱਲ੍ਹਦੀਆਂ ਵੀ ਸਾਰੀਆਂ ਨਹੀਂ ਖੁੱਲ੍ਹਦੀਆਂ। ਜਿਹੜੀਆਂ ਗੱਲਾਂ ਉਪਦੇਸ਼, ਹਦਾਇਤ ਅਤੇ ਹੁਕਮ ਦੇ ਰੂਪ ਵਿੱਚ ਨਹੀਂ ਮੰਨੀਆਂ ਜਾਂਦੀਆਂ, ਉਹ ਕਹਾਣੀਆਂ ਰਾਹੀਂ ਸਮਝਾਉਣੀਆਂ ਸੌਖੀਆਂ ਹੁੰਦੀਆਂ ਹਨ। ਗਿਰਜਾਂ ਦਾ ਬਾਗ ਵਿਚਲੇ ਫੁੱਲਾਂ ਦੀ ਸੁਗੰਧੀ ਨਾਲ ਸਿਰ ਦੁਖਣਾ ਹੀ ਦੁਖਣਾ ਹੈ। ਚੰਗਾ ਪ੍ਰਬੰਧ ਉਹ ਹੁੰਦਾ ਹੈ ਜਿਸ ਵਿੱਚ ਪ੍ਰਬੰਧ ਦਿਸੇ ਪਰ ਪ੍ਰਬੰਧਕ ਨਾ ਦਿਸੇ। ਰੱਬ ਇਵੇਂ ਹੀ ਪ੍ਰਬੰਧ ਕਰਦਾ ਹੈ। ਅੱਜ ਦੀ ਮਾਂ ਬੱਚੇ ਨੂੰ ਕਹਿੰਦੀ ਹੈ, ਹੋਰਾਂ ਸਾਹਮਣੇ ਮੈਨੂੰ ਮੰਮੀ ਨਾ ਸੱਦਿਆ ਕਰ। ਗਿਆਨ ਦੇ ਨਵੇਂ ਵਿਸ਼ੇ, ਨਵੇਂ ਮਹਾਂਦੀਪ ਲੱਭਣ ਵਾਂਗ ਸੰਸਾਰ ਅਤੇ ਬ੍ਰਹਿਮੰਡ ਨੂੰ ਵੱਡਾ ਕਰੀ ਜਾਂਦੇ ਹਨ। ਮਹੱਤਵਪੂਰਨ ਉਹ ਹੁੰਦਾ ਹੈ ਜਿਸ ਦਾ ਪ੍ਰਭਾਵ ਪਏ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਉੱਤੇ ਅਮਰੀਕਾ ਦਾ ਪ੍ਰਭਾਵ ਪੈਂਦਾ ਹੈ, ਸੋ ਇਹਨਾਂ ਲਈ ਅਮਰੀਕਾ ਮਹੱਤਵਪੂਰਨ ਹੈ। ਕੋਈ ਇਕੱਠ ਹੋਵੇ, ਕੁਝ ਲੋਕ ਬੇਸਮਝੀ ਦੀ ਬੁੱਕਲ ਮਾਰੀ ਖੜ੍ਹੇ ਵਿਖਾਈ ਦੇਣਗੇ। ਮਜ਼ਦੂਰ ਨੂੰ ਨੀਂਦਰ ਦੀ ਗੋਲੀ ਨਹੀਂ ਲੈਣੀ ਪੈਂਦੀ। ਜੇ ਪ੍ਰੇਮਿਕਾ ਚੁੱਪ ਰਹਿਣੀ ਹੋਵੇ ਤਾਂ ਪ੍ਰੇਮੀ ਸ਼ਾਇਰ ਬਣ ਜਾਂਦਾ ਹੈ। ਜਿਨ੍ਹਾਂ ਦੇ ਵਰਤਮਾਨ ਵਿੱਚ ਅਧਿਕ ਸਹੂਲਤਾਂ ਹੁੰਦੀਆਂ ਹਨ, ਉਹ ਭਵਿੱਖ ਪ੍ਰਤੀ ਅਵੇਸਲੇ ਹੋ ਜਾਂਦੇ ਹਨ। ਉਹਨਾਂ ਨੂੰ ਭਵਿੱਖ ਜ਼ਾਲਮ ਹੋ ਕੇ ਟੱਕਰਦਾ ਹੈ।
ਜਦੋਂ ਮਨੁੱਖ ਦੀ ਜਾਇਦਾਦ ਅਤੇ ਸ਼ਕਤੀ ਵੱਧ ਜਾਂਦੀ ਹੈ ਤਾਂ ਉਹ ਵਧੇਰੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦਾ ਹੈ। ਰੋਮਨ ਪਹਿਰੇਦਾਰਾਂ ਨੂੰ ਜੰਗ ਦੇ ਦੌਰਾਨ ਰਾਤ ਵੇਲੇ ਆਪਣੇ ਬੰਦ ਮੂੰਹਾਂ 'ਤੇ ਉਂਗਲ ਰੱਖਣ ਦਾ ਹੁਕਮ ਸੀ, ਕਿਉਂਕਿ ਇਵੇਂ ਰਾਤ ਵੇਲੇ ਚੁੱਪ ਦੀ ਡੂੰਘਾਈ ਵੱਧ ਜਾਂਦੀ ਸੀ ਅਤੇ ਨਿੱਕੀ ਤੋਂ ਨਿੱਕੀ ਆਵਾਜ਼ ਵੀ ਸੁਣਾਈ ਦਿੰਦੀ ਸੀ। ਨਵੀਂ ਤਕਨਾਲੋਜੀ ਨੇ ਹਰ ਕਿਸੇ ਉੱਤੇ ਰਫ਼ਤਾਰ ਠੋਸ ਦਿੱਤੀ ਹੈ। ਜੇ ਮੈਚ ਵਿੱਚ ਤੁਹਾਡੀ ਯੂਨੀਫਾਰਮ ਗੰਦੀ ਨਹੀਂ ਹੋਈ ਤਾਂ ਸਪਸ਼ਟ ਹੈ ਕਿ ਤੁਸੀਂ ਚੰਗੀ ਤਰ੍ਹਾਂ ਨਹੀਂ ਖੇਡੇ। ਗੰਭੀਰ ਵਿਅਕਤੀ ਅਸੁਰੱਖਿਆ ਦੇ ਵਧੇਰੇ ਸ਼ਿਕਾਰ ਹੁੰਦੇ ਹਨ। ਉਹਨਾਂ ਦੀ ਗੰਭੀਰਤਾ ਅਕਸਰ ਚੁਕੰਨੇ ਹੋਣ ਦਾ ਪੈਂਤੜਾ ਹੁੰਦੀ ਹੈ। ਗਰੀਬ ਬੱਚਿਆਂ ਨੂੰ ਸਵੈਟਰਾਂ ਅਤੇ ਬੂਟ ਨਹੀਂ, ਮੌਕੇ ਅਤੇ ਅਵਸਰ ਚਾਹੀਦੇ ਹਨ। ਨਾਟਕ ਜਾਂ ਫਿਲਮ ਵਿੱਚ ਮੂਰਖ ਵਿਖਾਈ ਦੇਣ ਲਈ ਸਿਆਣੇ ਵਿਖਾਈ ਦੇਣ ਨਾਲੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਹਰ ਵਿਕਾਸ ਨਾਲ ਨਵੀਆਂ ਸਮੱਸਿਆਵਾਂ ਵੀ ਉਪਜਦੀਆਂ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।